ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਚੇਤੀ ਬਾਣੀ, ਨਾਮ ਦਿਓ ਜੀਓ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਦੇਵਾ ਪਾਹਨ ਧਾਰਿਅਲੇ, ਰਾਮ ਕਹਿਤ ਜਾਨ ਕਸ ਨਾ ਤਰੇ। ਰਹਾਉ ਧਾਰੀ ਲੈ ਗਨਕਾ, ਬਿਨ ਰੂਪ ਕੁਵਜਾ। ਬਿਆਦ ਅਜਾਮਲ ਤਾਰੀਅਲੇ, ਚਰਨ ਬਾਧਕ ਜਨ ਧੇਉ ਮੁਕਤ ਭਏ। ਹਉ ਬਲ ਬਲ ਜਿਨ ਰਾਮ ਕਹੇ। ਚਰਨ ਬਾਧਕ ਜਨ ਧੇਉ ਮੁਕਤ ਭਏ। ਹਉ ਬਲ ਬਲ ਜਿਨ ਰਾਮ ਕਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 345 ਅੰਗ ਤੇ ਰਾਗ ਗੌੜੀ ਚੇਤੀ ਬਾਣੀ, ਨਾਮ ਦਿਓ ਜੀ ਕੀ। ਰਾਗ ਗੌੜੀ ਦੀ ਚੇਤੀ ਜਾਤੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਕਰਦੇ ਹੋਏ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ, ਉਹ ਪਰਮੇਸ਼ਰ ਇੱਕ ਹੈ। ਸਤਿਗੁਰ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਉਸ ਪਰਮੇਸ਼ਰ ਦੀ। ਗੁਰੂ ਕਿਰਪਾ ਕਰੇ ਤਾਂ ਹੀ ਪ੍ਰਾਪਤੀ ਹੁੰਦੀ ਹੈ। ਭਗਤ ਨਾਮਦੇਵ ਜੀ ਦਾ ਸ਼ਬਦ ਹੈ ਕਿ ਭਗਤ ਨਾਮਦੇਵ ਜੀ ਰਾਮ ਨਾਮ ਦਾ ਉਪਦੇਸ਼ ਦਿਆ ਕਰਦੇ ਸਨ ਕਿ ਸੰਗਤਾਂ ਨੂੰ, ਕਿ ਪਰਮੇਸ਼ਰ ਦੇ ਨਾਮ ਜਪਣ ਦਾ ਉਪਦੇਸ਼ ਦਿਆ ਕਰਦੇ ਸਨ ਅਤੇ ਆਪ ਵੀ ਰਾਮ ਨਾਮ ਜਪਿਆ ਕਰਦੇ ਸਨ। ਉਸ ਪਰਮੇਸ਼ਰ ਦਾ ਨਾਮ ਜਪਿਆ ਕਰਦੇ। ਇੱਕ ਦਿਨ ਕਿਸੇ ਨੇ ਤਰਕ ਮਾਰਦੇ ਹੋਏ ਨੇ ਕਿਹਾ ਨਾਮਦੇਵ ਜੀ ਨੂੰ ਕਿ ਹੇ ਨਾਮਦੇਵ, ਤੂੰ ਰਾਮ ਰਾਮ ਕਹਿੰਦਾ ਫਿਰਦਾ ਹੈ
ਕਿ ਇਹ ਰਾਮ ਦਾ ਨਾਮ ਤੈਨੂੰ ਮੁਕਤ ਵੀ ਕਰੇਗਾ ਕਿ ਐਵੇਂ ਹੀ ਰਾਮ ਰਾਮ ਕਰਦਾ ਫਿਰਦਾ ਹੈ। ਤਾਂ ਉਸ ਦੀ ਗੱਲ ਸੁਣ ਕੇ ਭਗਤ ਨਾਮਦੇਵ ਜੀ ਉਸ ਤਰਕਵਾਦੀ ਨੂੰ ਸ਼ਬਦ ਦੇ ਰਾਹੀਂ ਸਮਝਾਉਂਦੇ ਹਨ। ਕਹਿਣ ਲੱਗੇ, ਦੇਵਾ, ਇਹ ਭਾਈ ਦੇਵਾ, ਪ੍ਰਕਾਸ਼ ਸਰੂਪ ਪਰਮੇਸ਼ਰ ਨੇ ਤਾਂ ਪਾਹਨ ਤਾਰੀ ਅਲੇ, ਪਾਹਨ ਪੱਥਰਾਂ ਨੂੰ ਵੀ ਤਾਰ ਦਿੱਤਾ ਹੈ। ਭਗਤ ਨਾਮਦੇਵ ਜੀ ਤਰਕਵਾਦੀ ਨੂੰ ਕਹਿਣ ਲੱਗੇ, ਦੇਵਾ ਪਾਹਨ ਤਾਰੀ ਅਲੇ, ਹੈ ਭਾਈ ਦੇਵਾ, ਪ੍ਰਕਾਸ਼ ਸਰੂਪ ਪਰਮੇਸ਼ਰ ਨੇ ਤਾਂ ਪਾਹਨ ਤਾਰੀ ਅਲੇ, ਪੱਥਰਾਂ ਨੂੰ ਵੀ ਤਾਰ ਦਿੱਤਾ ਹੈ। ਜਿਵੇਂ ਭਗਵਾਨ ਰਾਮਚੰਦਰ ਜੀ ਦੇ ਰੂਪ ਵਿੱਚ ਪੱਥਰਾਂ ਰੂਪ ਰਾਮ ਰਾਮ ਲਿਖ ਕੇ ਸਮੁੰਦਰ ਵਿੱਚ ਧਾਰਿਆ ਸੀ। ਜਦੋਂ ਸਮੁੰਦਰ ਦੇ ਵਿੱਚ ਪੁਲ ਬਣਾਉਣਾ ਕੀਤਾ ਸੀ, ਪੱਥਰਾਂ 'ਤੇ ਰਾਮ ਰਾਮ ਲਿਖ ਕੇ ਪੱਥਰ ਰੱਖੀ ਗਏ ਸਨ, ਪੱਥਰ ਤਰ ਗਏ ਸਨ, ਭਾਵ ਉੱਤੋਂ ਦੀ ਪੁਲ ਬਣ ਗਿਆ ਸੀ ਤੇ ਸਮੁੰਦਰ 'ਤੇ ਤਰਦੇ ਸਨ। ਰਾਮ ਕਹਿਤ ਜਨ ਕਸ ਨਾ ਤਰੇ, ਕਿ ਪਰਮੇਸ਼ਰ ਨੇ ਪਾਹਨ ਪੱਥਰਾਂ ਵਰਗੇ ਭਾਰੀ ਪਾਪੀ ਵੀ ਸੰਸਾਰ ਸਮੁੰਦਰ ਤੋਂ ਤਾਰੀ ਅਲੇ ਤਾਰ ਦਿੱਤੇ ਹਨ। ਦੇਵਾ ਪਾਹਨ ਤਾਰੀ ਅਲੇ, ਕਿ ਦੇਵਾ ਪਰਮੇਸ਼ਰ ਨੇ ਪਾਹਨ ਪੱਥਰਾਂ ਵਰਗੇ ਪਾਪੀ, ਕਿ ਭਾਰੀ ਪਾਪੀ, ਬੜੇ ਪਾਪੀ ਸੰਸਾਰ ਸਮੁੰਦਰ ਤੋਂ ਤਾਰੀ ਅਲੇ ਤਾਰ ਦਿੱਤੇ ਹਨ। ਤੇ ਫਿਰ ਰਾਮ ਕਹਿਤ, ਜੋ ਰਾਮ ਪਰਮੇਸ਼ਰ ਦਾ ਨਾਮ ਕਹਿਤ ਉਚਾਰਨ ਵਾਲੇ, ਜਨ ਕਸ ਨਾ ਤਰੇ, ਕਿ ਜਨ ਪੁਰਖ ਸੇਵਕ ਉਹ ਕਿਉਂ ਨਹੀਂ ਤਰਨਗੇ, ਭਾਵ ਜ਼ਰੂਰ ਤਰਨਗੇ ਕਿ ਉਸ ਪਰਮੇਸ਼ਰ ਨੇ ਤਾਂ ਕਿ ਭਾਰੀ ਪਾਪੀ ਵੀ ਸੰਸਾਰ ਸਮੁੰਦਰ ਤੋਂ ਨਾਮ ਜਪਣ ਕਰਕੇ ਤਾਰਨਾ ਕੀਤੇ ਹਨ। ਦੇਵਾ ਪਾਹਨ ਧਾਰੀ ਅਲੇ, ਕਿ ਦੇਵਾ ਨਾਮੇ ਪੰਡਤ ਨੂੰ ਪਰਮੇਸ਼ਰ ਨੇ ਪੱਥਰ ਦੀ ਮੂਰਤੀ ਦੇ ਰੂਪ ਵਿੱਚ ਧਾਰਨਾ ਕੀਤਾ। ਜਿਹੜਾ ਦੇਵਾ ਨਾਮੇ ਪੰਡਤ ਸੀ, ਕਿ ਉਸ ਨੂੰ ਪਰਮੇਸ਼ਰ ਨੇ ਪੱਥਰ ਦੀ ਮੂਰਤੀ ਦੇ ਰੂਪ ਵਿੱਚ ਵੀ ਧਾਰਨਾ ਕੀਤਾ ਹੈ। ਫਿਰ ਸਾਖਸਾਤ ਸਰਦਾ ਭਾਵਨਾ ਨਾਲ ਰਾਮ ਕਹਿਤ, ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਕਹਿਣ ਨਾਲ ਭਲਾ ਜਨ ਕਸ ਨਾ ਤਰੇ, ਜਨ ਪੁਰਸ਼ ਕਸ ਕਿਸ ਤਰ੍ਹਾਂ ਨਹੀਂ ਤਰਨਗੇ, ਭਾਵ ਜ਼ਰੂਰ ਤਰੇਗਾ। ਕਿ ਜੋ ਦੇਵਾ ਨਾਮੇ ਪੰਡਤ ਸੀ, ਉਸ ਦੀ ਸਾਖੀ ਇਸ ਤਰ੍ਹਾਂ ਹੈ। ਕਿਵੇਂ ਤਰਿਆ ਸੀ ਉਹ, ਕਿ ਪੰਡਰਪੁਰ ਸ਼ਹਿਰ ਦੇ ਵਿੱਚ ਇੱਕ ਸਿੱਧੇ ਸਾਦੇ ਸੁਭਾਅ ਵਾਲਾ ਦੇਵਾ ਨਾਮੇ ਪੰਡਤ ਰਹਿੰਦਾ ਸੀ। ਦੇਵਾ ਨਾਮੇ ਪੰਡਤ ਰਹਿੰਦਾ ਸੀ ਕਿ ਪੰਡਰਪੁਰ ਸ਼ਹਿਰ ਦੇ ਵਿੱਚ ਇਹ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਿਆ ਕਰਦਾ ਸੀ, ਪਰਮੇਸ਼ਰ ਦਾ ਨਾਮ ਜਪਿਆ ਕਰਦਾ ਸੀ। ਉੱਥੇ ਪੰਡਰਪੁਰ ਵਿੱਚ ਇੱਕ ਬ੍ਰਾਹਮਣ ਜੋ ਮੰਦਰ ਵਿੱਚ ਠਾਕਰਾਂ ਦੀ ਪੂਜਾ ਕਰਿਆ ਕਰਦਾ ਸੀ। ਪੰਡਰਪੁਰ ਦੇ ਰਾਜੇ ਵੱਲੋਂ ਠਾਕੁਰਾਂ ਦੇ ਗਲ ਵਿੱਚ ਪਾਉਣ ਲਈ ਹਰ ਰੋਜ਼ ਇੱਕ ਫੁੱਲਾਂ ਦੀ ਮਾਲਾ ਆਉਂਦੀ ਸੀ। ਰਾਜੇ ਦੇ ਵੱਲੋਂ, ਪੰਡਰਪੁਰ ਦਾ ਜੋ ਰਾਜਾ ਸੀ, ਉਸ ਦੇ ਵੱਲੋਂ ਠਾਕੁਰਾਂ ਦੇ ਗਲ ਵਿੱਚ ਪਾਉਣ ਲਈ ਹਰ ਰੋਜ਼ ਇੱਕ ਫੁੱਲਾਂ ਦੀ ਮਾਲਾ ਆਉਂਦੀ ਸੀ, ਜੋ ਬਾਅਦ ਵਿੱਚ ਉਹ ਮਾਲਾ ਪ੍ਰਸਾਦ ਦੇ ਤੌਰ 'ਤੇ ਫਿਰ ਰਾਜੇ ਨੂੰ ਦਿੱਤੀ ਜਾਂਦੀ ਸੀ, ਜਿਹੜੀ ਮੰਦਰ ਦੇ ਵਿੱਚ ਠਾਕੁਰਾਂ ਦੇ ਗਲ ਵਿੱਚ ਪਾਈ ਜਾਂਦੀ ਸੀ। ਪਹਿਲਾਂ ਰਾਜਾ ਭੇਜ ਦਿੰਦਾ ਸੀ ਤੇ ਰਾਜਾ ਆਪਣੇ ਗਲ ਵਿੱਚ ਪਾ ਲੈਂਦਾ ਸੀ, ਜੋ ਪ੍ਰਸਾਦ ਰੂਪ ਦੇ ਵਿੱਚ ਮਾਲਾ ਮਿਲਦੀ ਸੀ। ਇੱਕ ਦਿਨ ਇਸ ਪੰਡਤ ਨੂੰ ਪ੍ਰਾਹੁਣੇਚਾਰੀ ਵਿੱਚ ਕੋਈ ਰਿਸ਼ਤੇਦਾਰੀ ਵਿੱਚ ਕੰਮ ਪੈ ਗਿਆ, ਤਾਂ ਇਸ ਨੇ ਦੇਵਾ ਪੰਡਤ ਨੂੰ ਮੰਦਰ ਵਿੱਚ ਠਾਕਰਾਂ ਦੀ ਪੂਜਾ ਕਰਨ ਲਈ ਕਹਿ ਦਿੱਤਾ, ਜਿਹੜਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਸੀ।
ਕਿ ਇਸ ਨੂੰ ਸੇਵਾ ਕਰ ਲਈ ਕਹਿ ਦਿੱਤਾ। ਇੱਕ ਦਿਨ ਕਹਿਣ ਲੱਗੇ ਤੂੰ ਸਵੇਰੇ ਸ਼ਾਮ ਠਾਕਰਾਂ ਦੀ ਪੂਜਾ ਕਰ ਦਿਆ ਕਰੀ। ਜੋ ਮੰਦਰ ਵਿੱਚ ਪੁਜਾਰੀ ਰਹਿੰਦਾ ਸੀ ਇਸ ਨੂੰ ਕਹਿਣ ਲੱਗਿਆ ਕਿ ਸਵੇਰੇ ਸ਼ਾਮ ਠਾਕੁਰਾਂ ਦੀ ਪੂਜਾ ਕਰ ਦੇਵੀਂ, ਅਤੇ ਰਾਜੇ ਵੱਲੋਂ ਆਈ ਮਾਲਾ ਠਾਕੁਰਾਂ ਦੇ ਗਲ ਵਿੱਚ ਪਾ ਦੇਈਂ। ਇਉਂ ਉਹ ਪੰਡਤ ਦੇਵਾ ਪੰਡੇ ਨੂੰ ਸਮਝਾ ਕੇ ਚਲਿਆ ਗਿਆ। ਉਹ ਪੰਡਤ ਦੇਵਾ ਪੰਡਤ ਨੂੰ ਸਮਝਾ ਕੇ ਚਲਿਆ ਗਿਆ। ਅਗਲੇ ਦਿਨ ਸਵੇਰੇ ਇਹ ਨਿਸਕਪਟ ਤੇ ਸੂਧੇ ਭਗਤ ਦੇਵਾ ਪੰਡਤ ਨੇ ਠਾਕੁਰਾਂ ਦਾ ਇਸ਼ਨਾਨ ਕਰਵਾ ਦਿੱਤਾ ਤੇ ਰਾਜੇ ਵੱਲੋਂ ਆਈ ਹੋਈ ਫੁੱਲਾਂ ਦੀ ਮਾਲਾ ਠਾਕੁਰਾਂ ਦੇ ਗਲ ਵਿੱਚ ਪਾ ਦਿੱਤੀ। ਰਾਜੇ ਨੂੰ ਕਿਸੇ ਕਾਰਨ ਕਰਕੇ ਦੇਰੀ ਹੋ ਗਈ। ਜੋ ਪ੍ਰਸਾਦ ਦੀ ਤਰ੍ਹਾਂ ਫੁੱਲਾਂ ਦੀ ਮਾਲਾ ਲੈਂਦਾ ਸੀ ਕਿ ਰਾਜੇ ਨੂੰ ਦੇਰੀ ਹੋ ਗਈ, ਤਾਂ ਇਹ ਦੇਵਾ ਪੰਡੇ ਨੂੰ ਚੇਤਾ ਆਇਆ ਕਿ ਇਹ ਮਾਲਾ ਤਾਂ ਰਾਜੇ ਦੇ ਗਲ ਵਿੱਚ ਪਾਉਣੀ ਸੀ। ਉਹ ਮਾਲਾ ਲਾ ਕੇ ਠਾਕਰਾਂ ਦਿਓ ਆਪਣੇ ਗਲ ਵਿੱਚ ਪਾ ਲਈ ਤੇ ਰਾਜੇ ਦੇ ਦਰਬਾਰ ਵਿੱਚ ਚੱਲ ਪਿਆ। ਮਾਲਾ ਪਾ ਕੇ ਰਾਜ ਦੇ ਮਹਿਲਾਂ ਕੋਲ ਜਾ ਕੇ ਚੇਤਾ ਆਇਆ ਉਸ ਦੇਵਾ ਪੰਡੇ ਨੂੰ ਕਿ ਚੇਤਾ ਆਇਆ ਕਿ ਇਹ ਮਾਲਾ ਤਾਂ ਰਾਜੇ ਦੇ ਗਲ ਵਿੱਚ ਪਾਉਣੀ ਸੀ ਤੇ ਮੈਂ ਤਾਂ ਆਪਣੇ ਗਲ ਵਿੱਚ ਪਾ ਲਈ। ਇਹ ਸੋਚ ਕੇ ਉਸਨੇ ਛੇਤੀ ਨਾਲ ਉਹ ਮਾਲਾ ਲਾ ਲਈ ਗਲ 'ਚੋਂ, ਜਿਸ ਕਰਕੇ ਮਾਲਾ ਨਾਲ ਇਸ ਦੀ ਦਾੜ੍ਹੀ ਦੇ ਧੌਲੇ ਲੱਗ ਗਏ। ਮਾਲਾ ਦੇ ਨਾਲ ਜਦੋਂ ਧੌਲੇ ਲੱਗ ਗਏ, ਮਾਲਾ ਦੇ ਨਾਲ ਚਿੱਟੇ ਵਾਲ ਲੱਗ ਗਏ। ਫਿਰ ਜਾ ਕੇ ਰਾਜੇ ਕੋਲ ਪੇਸ਼ ਕਰ ਦਿੱਤੀ ਮਾਲਾ। ਰਾਜੇ ਨੇ ਕਿਹਾ ਕਿ ਦੂਸਰਾ ਪੰਡਤ ਜੋ ਮੰਦਰ ਦਾ ਪੁਜਾਰੀ ਹੈ ਉਹ ਕਿਉਂ ਨਹੀਂ ਆਇਆ। ਦੇਵਾ ਪੰਡੇ ਨੂੰ ਕਹਿਣ ਲੱਗਿਆ ਕਿ ਉਹ ਕਿਉਂ ਨਹੀਂ ਆਇਆ। ਤਾਂ ਇਸ ਦੇਵਾ ਪੰਡੇ ਨੇ ਕਿਹਾ ਕਿ ਜੀ ਉਹ ਤਾਂ ਆਪਣੇ ਪ੍ਰਾਹੁਣੇਚਾਰੀ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਹੈ। ਉਸਨੇ ਮੈਨੂੰ ਠਾਕੁਰਾਂ ਦੀ ਸੇਵਾ ਕਰਨ ਲਈ ਕਿਹਾ ਸੀ ਕਿ ਚੰਗੀ ਤਰ੍ਹਾਂ ਠਾਕੁਰਾਂ ਦੀ ਇਸ਼ਨਾਨ ਪਾਨ ਕਰਵਾ ਦੇਵੀਂ। ਮੈਂ ਚੰਗੀ ਤਰ੍ਹਾਂ ਸੇਵਾ ਕਰਕੇ ਤੁਹਾਡੇ ਲਈ ਇਹ ਮਾਲਾ ਲੈ ਕੇ ਆਇਆ ਹਾਂ। ਜਦ ਰਾਜਾ ਮਾਲਾ ਆਪਣੇ ਗਲ ਵਿੱਚ ਪਾਉਣ ਲੱਗਿਆ ਤਾਂ ਉਸ ਨਾਲ ਮਾਲਾ ਦੇ ਨਾਲ ਧੌਲੇ ਲੱਗੇ ਹੋਏ ਵੇਖ ਕੇ, ਚਿੱਟੇ ਵਾਲ ਲੱਗੇ ਵੇਖ ਕੇ ਦੇਵਾ ਪੰਡੇ ਨੂੰ ਵਿਅੰਗ ਵਚਨਾਂ ਨਾਲ ਕਹਿੰਦਾ ਹੈ ਕਿ ਪੰਡਤ ਜੀ ਲੱਗਦਾ ਹੈ ਕਿ ਠਾਕੁਰਾਂ ਦੇ ਧੌਲੇ ਆ ਗਏ ਹਨ, ਕਿਉਂਕਿ ਮਾਲਾ ਠਾਕੁਰਾਂ ਦੇ ਗਲ 'ਚ ਪਾਈ ਸੀ। ਤੇ ਉਸ ਦੇਵਾ ਪਾਂਡੇ ਨੂੰ ਕਹਿਣ ਲੱਗਿਆ ਐ ਲੱਗਦਾ ਹੈ ਜਿਵੇਂ ਠਾਕੁਰਾਂ ਦੇ ਧੌਲੇ ਆ ਗਏ ਹਨ, ਮਾਲਾ ਦੇ ਨਾਲ ਧੌਲੇ ਲੱਗੇ ਪਏ ਹਨ, ਵਾਲ ਚਿੱਟੇ ਲੱਗੇ ਪਏ ਹਨ। ਉਹ ਨਿਸਕਪਟ ਤੇ ਸੂਧੇ ਭਗਤ ਦੇਵਾ ਪੰਡਤ ਨੇ ਵੀ ਕਹਿ ਦਿੱਤਾ ਕਿ ਹਾਂ ਜੀ ਠਾਕੁਰਾਂ ਦੇ ਧੌਲੇ ਆ ਗਏ ਹਨ। ਤਾਂ ਰਾਜੇ ਨੇ ਅੱਗੋਂ ਕਿਹਾ ਕਿ ਚੰਗਾ ਫਿਰ ਕੱਲ੍ਹ ਨੂੰ ਦੇਖਾਂਗੇ। ਠਾਕੁਰਾਂ ਦੇ ਜਿਹੜੇ ਧੌਲੇ ਆਏ ਹਨ, ਚਿੱਟੇ ਵਾਲ ਹਨ, ਕੱਲ੍ਹ ਨੂੰ ਦੇਖਾਂਗੇ। ਜੇਕਰ ਧੌਲੇ ਨਾ ਆਏ ਹੋਏ ਤਾਂ ਤੈਨੂੰ ਕਤਲ ਕਰ ਦਿੱਤਾ ਜਾਏਗਾ। ਇਹ ਸੁਣ ਕੇ ਦੇਵਾ ਪੰਡਤ ਵਾਪਸ ਆ ਗਿਆ ਤੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੇ ਧਿਆਨ ਵਿੱਚ ਜੁੜ ਗਿਆ। ਜਦ ਰਾਜਾ ਆਪਣੀ ਫੌਜ ਨਾਲ ਮੰਦਰ ਵਿੱਚ ਆਇਆ ਤਾਂ ਪਰਮੇਸ਼ਰ ਨੇ ਆਪਣੇ ਭਗਤ ਦੀ ਪੈਜ ਰੱਖਣ ਲਈ ਅਤੇ ਉਸ ਦਾ ਵਚਨ ਪੂਰਾ ਕਰਨ ਲਈ ਠਾਕੁਰਾਂ ਦੇ ਦਾੜ੍ਹੀ ਲਾ ਦਿੱਤੀ। ਰਾਜੇ ਨੇ ਦਾੜ੍ਹੀ ਵੇਖ ਕੇ ਕਿਹਾ ਕਿ ਪੰਡਤ ਬਹੁਤ ਚਲਾਕ ਹੈ, ਪੱਥਰਾਂ ਤੇ ਤਾਂ ਕਦੇ ਦਾੜ੍ਹੀ ਨਹੀਂ ਆ ਸਕਦੀ, ਇਸ ਨੇ ਨਕਲੀ ਦਾੜ੍ਹੀ ਲਾ ਦਿੱਤੀ ਹੋਣੀ ਹੈ। ਇਹ ਸੋਚ ਕੇ ਜਦੋਂ ਰਾਜੇ ਨੇ ਦਾੜ੍ਹੀ ਖਿੱਚੀ ਤਾਂ ਉਸ ਵਿੱਚੋਂ ਖੂਨ ਸਿੰਮ ਕੇ ਬੂੰਦਾਂ ਡਿੱਗਣ ਲੱਗ ਪਈਆਂ। ਇਹ ਕੌਤਕ ਵੇਖ ਕੇ ਰਾਜਾ ਉਸ ਪੰਡਤ ਦੇ ਪੈਰੀਂ ਪੈ ਗਿਆ। ਇਉਂ ਪਰਮੇਸ਼ਰ ਨੇ ਠਾਕੁਰਾਂ ਦੀ ਮੂਰਤੀ ਉੱਪਰ ਦਾੜ੍ਹੀ ਲਾ ਕੇ ਉਹ ਦੇਵਾ ਨਾਮੇ
ਪੰਡਤ ਦੀ ਪੈਜ ਰੱਖੀ ਤੇ ਉਸ ਨੂੰ ਤਾਰਿਆ, ਤੇ ਜੋ ਰਾਮ ਦਾ ਨਾਮ ਉਚਾਰਨ ਕਰਦੇ ਸਨ ਉਹ ਭਲਾ ਕਿਉਂ ਨਹੀਂ ਤਰਨਗੇ, ਭਾਵ ਜ਼ਰੂਰ ਤਰਨਗੇ। ਦੇਵਾ ਪਾਹਨ ਤਾਰੀ ਅਲੇ, ਕਿ ਦੇਵਾ ਨਾਮੇ ਪੰਡਤ ਨੂੰ ਕਿ ਉਸ ਪਰਮੇਸ਼ਰ ਨੇ ਤਾਰਨਾ ਕੀਤਾ, ਤੇ ਜਿਹੜੇ ਨਾਮ ਜਪਦੇ ਹਨ ਉਹ ਕਿਉਂ ਨਹੀਂ ਤਰਨਗੇ, ਉਹ ਜ਼ਰੂਰ ਤਰਨਗੇ। ਕਹਿਣ ਲੱਗੇ ਸ਼ੰਕਾਵਾਦੀ ਹੈ ਨਾਮਦੇਵ ਜੀ, ਇਸ ਰਾਮ ਨਾਮ ਨੂੰ ਕਿਸੇ ਹੋਰ ਵੀ ਤਾਰਿਆ ਹੈ, ਜਾਂ ਤੁਸੀਂ ਕਹਿੰਦੇ ਹੋ ਕਿ ਦੇਵਾ ਨਾਮੇ ਪੰਡਤ ਨੂੰ ਤਾਰ ਦਿੱਤਾ, ਕਿ ਇਸ ਤੋਂ ਬਿਨਾਂ ਹੋਰ ਵੀ ਕਿਸੇ ਨੂੰ ਤਾਰਿਆ ਹੈ ਜਾਂ ਨਹੀਂ? ਤਾਂ ਭਗਤ ਜੀ ਅੱਗੇ ਕਹਿਣ ਲੱਗੇ, ਤਾਰੀ ਲਏ ਗਨਕਾ ਬਿਨ ਰੂਪ ਕੁਬਜਾ, ਵਿਆਦ ਅਜਾਮਲ ਤਾਰੀ ਅਲੇ। ਭਗਤ ਜੀ ਕਹਿਣ ਲੱਗੇ, ਹੈ ਭਾਈ, ਉਸ ਰਾਮ ਦੇ ਨਾਮ ਨੇ ਤਾਂ ਗਨਕਾ ਬੇਸਵਾ ਨੂੰ ਵੀ ਤਾਰਨਾ ਕੀਤਾ ਹੈ। ਤਾਰੀ ਲੈ ਗਨਕਾ ਬਿਨ ਰੂਪ ਕੁਬਜਾ, ਕਿ ਬਿਨਾ ਰੂਪ ਸੁੰਦਰ ਸਰੂਪ ਤੋਂ ਕੁਬਜਾ ਕੁੱਬੀ ਕੰਸ ਦੀ ਦਾਸੀ ਨੂੰ ਵੀ ਤਾਰਨਾ ਕੀਤਾ ਸੀ। ਵਿਆਦ ਅਜਾਮਲ ਤਾਰੀ ਅਲੇ, ਕਿ ਵਿਆਦ ਸ਼ਿਕਾਰੀ ਅਤੇ ਅਜਾਮਲ ਨੂੰ ਵੀ ਤਾਰਨਾ ਕੀਤਾ ਹੈ। ਤਾਰੀ ਲੈ ਗਨਕਾ ਬਿਨ ਰੂਪ ਕੁਬਜਾ, ਵਿਆਦ ਅਜਾਮਲ ਤਾਰੀ ਅਲੇ, ਕਿ ਹੈ ਭਾਈ ਉਸ ਰਾਮ ਦੇ ਨਾਮ ਨੇ ਤਾਂ ਗਨਕਾ ਬੇਸਵਾ ਨੂੰ ਵੀ ਤਾਰਨਾ ਕੀਤਾ ਸੀ। ਬਿਨ ਰੂਪ ਕੁਬਜਾ, ਕਿ ਬਿਨਾ ਰੂਪ ਸੁੰਦਰ ਸਰੂਪ ਤੋਂ ਕੁਬਜਾ ਕੁੱਬੀ ਨੂੰ ਵੀ ਤਾਰਨਾ ਕੀਤਾ ਸੀ। ਵਿਆਦ ਅਜਾਮਲ ਤਾਰੀ ਅਲੇ, ਵਿਆਦ ਹੁੰਦਾ ਸ਼ਿਕਾਰੀ, ਸ਼ਿਕਾਰੀ ਅਤੇ ਅਜਾਮਲ ਨੂੰ ਵੀ ਤਾਰਨਾ ਕੀਤਾ ਸੀ। ਕਿ ਤਾਰੀ ਅਲੇ ਗਨਕਾ, ਇੱਕ ਗਨਕਾ ਸੀ, ਗਨਕਾ ਦੀ ਸਾਖੀ ਹੈ, ਜੋ ਇੱਕ ਮਹਾਤਮਾ ਬਾਹਰ ਜੰਗਲ ਵਿੱਚ ਰਿਹਾ ਕਰਦੇ ਸਨ। ਇੱਕ ਦਿਨ ਉਹ ਨਗਰ ਵਿੱਚ ਆਏ, ਉੱਥੋਂ ਮੀਂਹ ਬਹੁਤ ਪੈਣ ਲੱਗ ਪਿਆ, ਸਿਆਲ ਦੀ ਰੁੱਤ ਸੀ। ਮਹਾਤਮਾ ਦੇ ਵਸਤਰ ਵੀ ਸਾਰੇ ਭਿੱਜ ਗਏ। ਮਹਾਤਮਾ ਨੇ ਉੱਥੇ ਸੱਥ ਵਿੱਚ ਬੈਠੇ ਲੋਕਾਂ ਨੂੰ ਕਿਹਾ ਕਿ ਸਾਡੇ ਸਾਰੇ ਵਸਤਰ ਭਿੱਜ ਗਏ ਹਨ, ਰਾਤ ਨੂੰ ਆਰਾਮ ਕਰ ਲਈ ਕਿਸੇ ਭਗਤ ਦਾ ਘਰ ਦੱਸ ਦੇਵੋ। ਤਾਂ ਸੱਥ 'ਚ ਬੈਠੇ ਲੋਕਾਂ ਨੇ ਮਹਾਤਮਾ ਨਾਲ ਮਸ਼ਕਰੀ ਕਰਨ ਲਈ ਮਹਾਤਮਾ ਨੂੰ ਬੇਸਵਾ ਦੇ ਘਰ ਭੇਜ ਦਿੱਤਾ, ਜਿਹੜੀ ਗਨਕਾ ਬੇਸਵਾ ਸੀ। ਜਦ ਉੱਥੇ ਪਹੁੰਚੇ ਤਾਂ ਉੱਥੋਂ ਦਾ ਠਾਠ ਬਾਠ ਵੇਖ ਕੇ ਪੈਰ ਪਿਛਾਂਹ ਨੂੰ ਖਿੱਚ ਲਿਆ ਮਹਾਤਮਾ ਨੇ, ਕਿ ਪਿੱਛੇ ਨੂੰ ਪੈਰ ਪੁੱਟਣ ਲੱਗੇ, ਵਾਪਸ ਮੁੜਨ ਲੱਗੇ। ਉਧਰੋਂ ਬੇਸਵਾ ਦੀ ਨਿਗਾਹ ਪੈ ਗਿਆ, ਤੇ ਬੇਸਵਾ ਦੀ ਨਿਗਾਹ ਮਹਾਂਪੁਰਖ ਉੱਪਰ ਪੈ ਗਈ। ਉਸਨੇ ਚੰਗੇ ਭਾਗ ਜਾਗੇ ਬੇਸਵਾ ਦੇ, ਤਾਂ ਮਹਾਂਪੁਰਖਾਂ ਦੇ ਚਰਨੀ ਆ ਡਿੱਗੀ। ਮਹਾਂਪੁਰਖ ਜਦ ਵਾਪਸ ਮੁੜਨ ਲੱਗੇ ਤਾਂ ਚਰਨੀ ਆ ਡਿੱਗੀ। ਕਹਿਣ ਲੱਗੀ, ਬੇਨਤੀ ਕਰਨ ਲੱਗੀ ਕਿ ਮਹਾਰਾਜ, ਮੈਂ ਬਹੁਤ ਪਾਪਣ ਹਾਂ, ਸਾਰੀ ਜ਼ਿੰਦਗੀ ਮੰਦ ਕਰਮ ਹੀ ਕਰਦੀ ਰਹੀ ਹਾਂ। ਮੇਰੇ ਕੋਲ ਤਾਂ ਬਹੁਤ ਸਾਰੇ ਪਾਪੀ ਮੰਦ ਦ੍ਰਿਸ਼ਟੀ ਵਾਲੇ ਵਿਸ਼ਈ ਪੁਰਸ਼ ਹੀ ਆਉਂਦੇ ਹਨ। ਤੁਸੀਂ ਅਚਾਨਕ ਹੀ ਮੇਰੇ ਘਰ ਵਿੱਚ ਆਏ ਹੋ, ਕਿਰਪਾ ਕਰੋ ਮੇਰਾ ਵੀ ਉਧਾਰ ਕਰ ਦਿਓ। ਮਹਾਂਪੁਰਖ ਕਹਿਣ ਲੱਗੇ ਕਿ ਪਹਿਲਾਂ ਬੇਸਵਾ ਦਾ ਪਿੱਛਾ ਛੱਡ, ਤੇ ਆ ਲੈ ਸਾਡੇ ਪਾਸੋਂ ਇੱਕ ਤੋਤਾ ਰੱਖ ਲੈ, ਕਿ ਕਿਉਂਕਿ ਇਸ ਤੋਤੇ ਨੂੰ ਅਸੀਂ ਰਾਮ ਨਾਮ ਜਪਾਉਣ ਦਾ ਸੁਭਾਅ ਬਣਾਇਆ ਹੋਇਆ ਹੈ। ਬੇਸਵਾ ਵਾਲਾ ਪੇਸ਼ਾ ਛੱਡ, ਪਰ ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪ ਨਾਮ ਜਪਿਆ ਕਰੀ, ਤੇ ਤੋਤੇ ਨੂੰ ਨਾਮ ਜਪਾਇਆ ਕਰੀ। ਇਸ ਕੋਲੋਂ ਰਾਮ ਨਾਮ ਸੁਣਿਆ ਕਰੀ, ਪਰਮੇਸ਼ਰ ਤੇਰਾ ਭਲਾ ਕਰੇਗਾ। ਇਉਂ ਆਖ ਕੇ ਮਹਾਂਪੁਰਖ ਚਲੇ ਗਏ। ਮਹਾਂਪੁਰਖਾਂ ਦੀ ਕਿਰਪਾ ਦ੍ਰਿਸ਼ਟੀ ਵਾਲੇ ਬਾਚਨ ਸੁਣ ਕੇ, ਤੇ ਬਾਚਨ ਸੁਣ ਕੇ ਮੰਨ ਕੇ ਤੋਤੇ ਨੂੰ ਆਪਣੇ ਕੋਲ ਰੱਖ ਲਿਆ, ਤੇ ਅੰਮ੍ਰਿਤ ਵੇਲੇ ਪਰਮੇਸ਼ਰ ਦਾ ਨਾਮ ਆਪ ਜਪਿਆ ਕਰੇ।
ਤੇ ਤੋਤੇ ਕੋਲੋਂ ਜਪਾਇਆ ਕਰੇ। ਇਉਂ ਪਰਮੇਸ਼ਰ ਨਾਲ ਬਹੁਤ ਜ਼ਿਆਦਾ ਪ੍ਰੇਮ ਜਾਗ ਪਿਆ। ਜਦ ਰੋਜ਼ ਰਾਮ ਰਾਮ ਤੋਤੇ ਤੋਂ ਕਹਾਇਆ ਕਰੇ, ਬੜਾ ਪ੍ਰੇਮ ਜਾਗ ਪਿਆ। ਰਾਤ ਨੂੰ ਸੌਣਾ ਵੀ ਛੱਡ ਦਿੱਤਾ ਤੇ ਇੱਕ ਰਸ ਹੋ ਕੇ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਿਆ ਕਰੇ। ਇੱਕ ਦਿਨ ਹਨੇਰੀ ਰਾਤ ਨੂੰ ਇੱਕ ਜ਼ਹਿਰੀਲੇ ਸੱਪ ਨੇ ਤੋਤੇ ਨੂੰ ਪਿੰਜਰੇ ਵਿੱਚ ਡੱਸ ਕੇ ਮਾਰ ਦਿੱਤਾ ਤੇ ਆਪ ਪਿੰਜਰੇ ਵਿੱਚ ਸੱਪ ਬੈਠ ਗਿਆ। ਹਨੇਰੇ ਵਿੱਚ ਹੀ ਨਿੱਤ ਦੇ ਨੇਮ ਅਨੁਸਾਰ ਗਨਕਾ ਨੇ ਤੋਤੇ ਨੂੰ ਰਾਮ ਨਾਮ ਕਹਾਉਣ ਲੱਗੀ, ਪਰੰਤੂ ਤੋਤੇ ਦੀ ਕੋਈ ਆਵਾਜ਼ ਨਾ ਆਈ ਪਿੰਜਰੇ ਦੇ ਵਿੱਚੋਂ, ਕਿਉਂਕਿ ਸੱਪ ਨੇ ਡੱਸ ਦਿੱਤਾ ਸੀ, ਤੋਤਾ ਮਰ ਗਿਆ ਸੀ। ਬੇਸਬਾ ਨੇ ਸੋਚਿਆ ਕਿ ਤੋਤਾ ਸੁੱਤਾ ਪਿਆ ਹੈ। ਤੋਤੇ ਨੂੰ ਜਗਾਉਣ ਲਈ ਪਿੰਜਰੇ ਦੇ ਬੂਹੇ ਰਾਹੀਂ ਜਦੋਂ ਪਿੰਜਰੇ ਵਿੱਚ ਹੱਥ ਪਾਇਆ ਤਾਂ ਸੱਪ ਨੇ ਗਨਕਾ ਨੂੰ ਡੱਸ ਦਿਆ। ਰਾਮ ਨਾਮ ਕਹਿੰਦੀ ਦੇ ਪ੍ਰਾਣ ਨਿਕਲ ਗਏ। ਅੰਤ ਵੇਲੇ ਰਾਮ ਦਾ ਨਾਮ ਲੈਣ ਕਰਕੇ ਬੈਕੁੰਠ ਧਾਮ ਦੀ ਵਸਨੀਕ ਹੋ ਗਈ। ਇਸੇ ਪ੍ਰਕਰਨ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ 12 ਵਿੱਚ ਇਸ ਪ੍ਰਕਾਰ ਅੰਕਿਤ ਕੀਤਾ ਹੈ। ਤਾਰੀ ਲੈ ਗਨਕਾ ਬਿਨ ਰੂਪ ਕੁਬਜਾ, ਦਿਆਦ ਅਜਾ ਮਲ ਤਾਰੀ ਅਲੇ। ਕਿ ਭਾਈ ਗੁਰਦਾਸ ਨੇ 12 ਦੇ ਵਿੱਚ ਲਿਖਣਾ ਕੀਤਾ ਹੈ, ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ, ਮਹਾਪੁਰਖ ਅਚਾਨਕ ਗਨਕਾ ਬਾੜੇ ਆਏ ਖਲੋਤਾ। ਕਿ ਗਨਕਾ ਪਾਪਣ ਹੋਏ ਕੈ, ਗਨਕਾ ਜਦੋਂ ਪਾਪ ਕਰਦੀ ਸੀ ਤੇ ਪਾਪਾਂ ਦਾ ਹਾਰ ਗਲ ਦੇ ਵਿੱਚ ਪਾ ਲਿਆ ਸੀ, ਕਿਉਂਕਿ ਮੰਦ ਕਰਮ ਕਰਨ ਲੱਗ ਪਈ ਸੀ। ਮਹਾਪੁਰਖ ਅਚਾਨਕ ਗਨਕਾ ਬਾੜੇ ਆਏ ਖਲੋਤਾ, ਅਚਾਨਕ ਮਹਾਪੁਰਖ ਗਨਕਾ ਦੇ ਘਰ ਆਏ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੇ ਦੀਤੋਨ ਤੋਤਾ। ਕਿ ਦੁਰਮਤ ਖੋਟੀ ਮਤ ਦੇਖ ਕੇ ਦਿਆਲੂ ਹੋਏ ਕਿ ਇਸ ਨੂੰ ਧਾਰਨਾ ਕਰੀਏ। ਕਿ ਜੋ ਹੱਥ ਦੇ ਵਿੱਚ ਤੋਤਾ ਸੀ, ਹੱਥੋਂ ਉਸਨੇ ਦੀਤੋਨ ਤੋਤਾ ਦੇਣਾ ਕੀਤਾ ਕਿ ਇਸ ਤੋਂ ਰਾਮ ਨਾਮ ਕਹਾਇਆ ਕਰੀ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣਜ ਸੋਤਾ। ਰਾਮ ਨਾਮ ਦਾ ਉਪਦੇਸ਼ ਦੇਣਾ ਕੀਤਾ ਤੇ ਵਾਪਸ ਚਲਿਆ ਗਿਆ। ਲਿਵ ਲਾਗੀ ਤਿਸ ਤੋਤਿਓਂ ਨਿਤ ਪੜ੍ਹਾਏ ਕਰੈ ਅਸੋਤਾ। ਕਿ ਤੋਤੇ ਨੂੰ ਰਾਮ ਨਾਮ ਕਹਿੰਦੀ ਦੀ ਆਪ ਦੀ ਲਿਵ ਲਾਗੀ ਤੇ ਨਿਤ ਤੋਤੇ ਨੂੰ ਪੜ੍ਹਾਇਆ ਕਰੇ। ਪਾਤਤ ਉਦਾਹਰਨ ਰਾਮ ਨਾਮ, ਪਾਪੀ ਜੋ ਗਨਕਾ ਸੀ ਉਸ ਦਾ ਉਧਾਰ ਹੋ ਗਿਆ ਰਾਮ ਨਾਮ ਕਹਿੰਦੀ ਦਾ। ਦੁਰਮਤ ਖੋਟੀ ਮਤ ਪਾਪ ਕਲੇਵਰ ਧੋਤਾ, ਅੰਤ ਕਾਲ ਜਮ ਜਾਲ ਤੋੜ। ਕਿ ਵਿੱਚ ਨਾ ਖਾਦ ਸਗੋਤਾ। ਕਿ ਉਸ ਜਦੋਂ ਅੰਤ ਕਾਲ ਸਮੇਂ ਵੇਲੇ ਪਿੰਜਰਾ ਖੋਲ੍ਹ ਕੇ ਜਦੋਂ ਹੱਥ ਅੰਦਰ ਕਰਨਾ ਕੀਤਾ ਤਾਂ ਉੱਥੇ ਸੱਪ ਨੇ ਡੱਸ ਦਿੱਤਾ। ਗਈ ਬੈਕੁੰਠ ਬਿਵਾਨ ਚੜ, ਨਾਉ ਨਰੈਣ ਸੋਤ ਅਛੋਤਾ। ਜਦੋਂ ਪਰਮੇਸ਼ਰ ਦਾ ਨਾਮ ਲੈਣਾ ਕੀਤਾ ਤੇ ਬਿਵਾਨ ਤੇ ਚੜ ਕੇ ਬੈਕੁੰਠ ਧਾਮ ਨੂੰ ਚਲੀ ਗਈ। ਥਾਉ ਨਿਥਾਮੇ ਮਾਣ ਮਣੋਤਾ। ਕਿ ਉਸ ਨੂੰ ਨਿਥਾਮੀ ਨੂੰ ਮਾਣ ਮਿਲਿਆ ਨਾਮ ਕਰਕੇ। ਕਿ ਦੂਸਰੀ ਗਨਕਾ ਰਾਜੇ ਜਨਕ ਵੇਲੇ ਦੀ ਹੋਈ ਹੈ, ਜੋ ਉਸ ਦੀ ਪੁਰੀ ਵਿੱਚ ਰਹਿੰਦੀ ਸੀ ਰਾਜੇ ਜਨਕ ਦੀ ਚ, ਜਿਸ ਦਾ ਨਾਮ ਪਿੰਗਲਾ ਸੀ। ਇੱਕ ਰਾਤ ਇਸ ਨੂੰ ਕੋਈ ਵੀ ਕਾਮੀ ਪੁਰਖ ਨਾ ਮਿਲਿਆ। ਜਦ ਅੱਧੀ ਰਾਤ ਬਤੀਤ ਹੋ ਗਈ ਤਾਂ ਮਨ ਨੂੰ ਬਹੁਤ ਪਛਤਾਵਾ ਹੋਇਆ। ਇਸ ਦੇ ਪੂਰਬਲੇ ਚੰਗੇ ਭਾਗ ਜਾਗੇ। ਮਨ ਵਿੱਚ ਵਿਚਾਰ ਆਈ ਕਿ ਜੇਕਰ ਇਤਨਾ ਚਿਰ
ਉਸ ਪਰਮੇਸ਼ਰ ਵੱਲ ਧਿਆਨ ਲਗਾਇਆ ਹੁੰਦਾ ਤਾਂ ਮੇਰੀਆਂ ਕੁਲਾਂ ਪਵਿੱਤਰ ਹੋ ਜਾਣੀਆਂ ਸੀ। ਜਿੰਨਾ ਚਿਰ ਵਿਸ਼ੇ ਵਿਕਾਰਾਂ ਬੰਨੀ ਮਨ ਲਾ ਕੇ ਰੱਖਿਆ, ਸਾਰੇ ਉਧਰ ਜਾਣੇ ਸੀ, ਸਾਰੇ ਤਰ ਜਾਣੇ ਸੀ। ਜਿੰਨਾ ਚਿਰ ਪਰਮੇਸ਼ਰ ਵੱਲ ਇੰਨਾ ਚਿਰ ਜੇ ਧਿਆਨ ਲਾਇਆ ਹੁੰਦਾ, ਉਸ ਵੇਲੇ ਸਭ ਕੁਕਰਮ ਛੱਡ ਕੇ ਪਰਮੇਸ਼ਰ ਦੇ ਆਸਰੇ ਹੋ ਕੇ ਨਾਮ ਜਪਣ ਲੱਗ ਪਈ ਅਤੇ ਪਵਿੱਤਰ ਜੀਵਨ ਬਤੀਤ ਕੀਤਾ। ਤੇ ਰਾਜੇ ਜਨਕ ਦੀ ਸੰਗਤ ਕਰਕੇ ਇਸ ਦਾ ਵੀ ਉਧਾਰ ਹੋਇਆ। ਇਸੇ ਗਨਕਾ ਨੂੰ ਦੱਤਾਤਰੇయ ਨੇ ਆਪਣਾ ਗੁਰੂ ਕਲਪਿਆ ਸੀ। ਗੁਰਬਾਣੀ ਵਿੱਚ ਇਹਨਾਂ ਦੋਵਾਂ ਬੇਸਮਾਂ ਦਾ ਪ੍ਰਸੰਗ ਆਉਂਦਾ ਹੈ। ਜੈਸਾ ਕਿ ਅਜਾਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੈ ਪਾਸ, ਗਨਕਾ ਉਧਰੀ ਹਰ ਕਹੈ ਤੋਤ। ਜਿਹ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰ ਧਾਰੋ। ਇਹ ਅਜਾਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੈ ਪਾਸ ਕੇਦਾਰਾ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦੇ ਸ਼ਬਦ ਵਿੱਚ 1124 ਅੰਗ ਤੇ ਹੈ। ਗਨਕਾ ਉਧਰੀ ਹਰ ਕਹੈ ਤੋਤ ਇਹ 1192 ਅੰਗ ਤੇ ਹੈ। ਪੰਜਵੇਂ ਪਾਤਸ਼ਾਹ ਦਾ ਸ਼ਬਦ, ਜਿਹ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ। ਇਹ ਸੋਰਠ ਰਾਗ ਦੇ ਅੰਦਰ 632 ਅੰਗ ਤੇ ਅੰਕਿਤ ਹੈ। ਫਿਰ ਜੋ ਪੰਡਤ ਜੋ ਨਾਮਦੇਵ ਜੀ ਨੂੰ ਕਹਿੰਦੇ ਸਨ ਕਿ ਤੂੰ ਰਾਮ ਨਾਮ ਜਪਦਾ ਰਹਿਣਾ ਹੈ ਤੇ ਕੀ ਤੇਰਾ ਉਧਾਰ ਹੋਊਗਾ ਜਾਂ ਨਾ, ਨਾਮਦੇਵ ਜੀ ਨੇ ਫਿਰ ਦੱਸਣਾ ਕੀਤਾ ਕਿ ਪਰਮੇਸ਼ਰ ਨੇ ਗਨਕਾ ਦੀ ਸੁੰਦਰਤਾ ਦੇਖ ਕੇ ਉਸ ਦਾ ਉਧਾਰ ਕਰ ਦਿੱਤਾ। हे ਭਾਈ, ਕਿ ਉਹਨਾਂ ਸ਼ੰਕਾਵਾਦੀਆਂ ਨੇ ਨਾਮਦੇਵ ਜੀ ਨੂੰ ਪ੍ਰਸ਼ਨ ਕੀਤਾ ਕਿ हे ਨਾਮਦੇਵ ਜੀ, ਕੀ ਪਰਮੇਸ਼ਰ ਨੇ ਗਨਕਾ ਦੀ ਸੁੰਦਰਤਾ ਦੇਖ ਕੇ ਉਸ ਦਾ ਉਧਾਰ ਕਰ ਦਿੱਤਾ ਹੋਵੇਗਾ? ਭਗਤ ਜੀ ਕਹਿਣ ਲੱਗੇ, हे ਭਾਈ, ਉਹ ਪਰਮੇਸ਼ਰ ਰੂਪ ਤੇ ਲੁਭਾਏਮਾਨ ਨਹੀਂ ਹੁੰਦਾ। ਉਹ ਪਰਮੇਸ਼ਰ ਰੂਪ ਤੇ ਲੁਭਾਏਮਾਨ ਨਹੀਂ ਹੁੰਦਾ। ਉਹ ਤਾਂ ਨਿਰਲੇਪ ਨਿਰਖੌਪ ਹੈ। ਉਸ ਨੇ ਤਾਂ ਬਿਨ ਰੂਪ ਕੁਬਜਾ, ਕਿ ਬਿਨ ਰੂਪ ਕੁਬਜਾ, ਬਿਨਾਂ ਰੂਪ ਵਾਲਿਆਂ ਕੋਝੇ ਸਰੂਪ ਵਾਲਿਆਂ ਨੂੰ ਵੀ ਤਾਰ ਦਿੱਤਾ ਹੈ। ਜਿਵੇਂ ਕੁਬਜਾ ਦਾ ਉਧਾਰ ਕੀਤਾ ਸੀ। ਕੁਬਜਾ ਦੀ ਸਾਖੀ ਹੈ ਕਿ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਮਾਮੇ ਰਾਜੇ ਕੰਸ ਦੀ ਇੱਕ ਦਾਸੀ ਸੀ, ਜਿਸ ਦਾ ਰੂਪ ਬਹੁਤ ਭੈੜਾ ਸੀ, ਕੁਬਜਾ ਸੀ ਤੇ ਲੱਕ ਤੋਂ ਵੀ ਕੁੱਬੀ ਸੀ। ਇਸੇ ਕਰਕੇ ਇਸ ਦਾ ਨਾਮ ਕੁਬਜਾ ਪੈ ਗਿਆ। ਇਹ ਰਾਜੇ ਕੰਸ ਦੇ ਵਾਸਤੇ ਹਰ ਰੋਜ਼ ਫੁੱਲਾਂ ਦੀ ਮਾਲਾ ਤਿਆਰ ਕਰ ਦਿੰਦੀ ਸੀ। ਜਿਹੜੀ ਇਹ ਕੁਬਜਾ ਸੀ, ਇਹ ਰਾਜੇ ਕੰਸ ਦੇ ਵਾਸਤੇ ਹਰ ਰੋਜ਼ ਫੁੱਲਾਂ ਦੀ ਮਾਲਾ ਤਿਆਰ ਕਰ ਦਿੰਦੀ ਸੀ ਅਤੇ ਚੰਦਨ ਕੇਸਰ ਆਦਿਕ ਦਾ ਲੇਪਨ ਕਰਿਆ ਕਰਦੀ ਸੀ। ਜਦੋਂ ਕ੍ਰਿਸ਼ਨ ਭਗਵਾਨ ਜੀ ਮਥੁਰਾ ਗਏ ਤਾਂ ਇਸ ਕੁਬਜਾ ਨੇ ਕ੍ਰਿਸ਼ਨ ਜੀ ਦੇ ਸਰੂਪ ਤੇ ਮੋਹਿਤ ਹੋ ਕੇ ਉਹ ਮਾਲਾ ਭਗਵਾਨ ਦੇ ਗਲ ਪਾ ਦਿੱਤੀ ਅਤੇ ਬੜੇ ਪ੍ਰੇਮ ਨਾਲ ਉਸਦੇ ਚੰਦਨ ਤੇ ਕੇਸਰ ਦਾ ਲੇਪਨ ਮਲਿਆ, ਜਿਸ ਤੇ ਭਗਵਾਨ ਕ੍ਰਿਸ਼ਨ ਨੇ ਰੀਝ ਕੇ ਇਸ ਦੇ ਪੈਰ ਤੇ ਆਪਣਾ ਪੈਰ ਰੱਖ ਕੇ ਠੋਡੀ ਹੇਠਾਂ ਹੱਥ ਰੱਖ ਕੇ ਜਦੋਂ ਝਟਕਾ ਮਾਰਿਆ, ਇਸ ਨਾਲ ਇਸ ਦਾ ਸਾਰਾ ਕੁੱਬ ਦੂਰ ਹੋ ਗਿਆ। ਇਸ ਪ੍ਰਕਾਰ ਬਿਨਾਂ ਰੂਪ ਤੋਂ ਕੁਬਜਾ ਦਾ ਵੀ ਉਧਾਰ ਹੋ ਗਿਆ। ਕਹਿਣ ਲੱਗੇ, हे ਨਾਮਦੇਵ ਜੀ, ਕੁਬਜਾ ਦੇ ਪੁੰਨ ਵੇਖ ਕੇ ਭਗਵਾਨ ਨੇ ਉਧਾਰ ਕਰ ਦਿੱਤਾ ਹੋਣਾ ਹੈ ਕਿ ਮਾਲਾ ਫੁੱਲਾਂ ਦੀ ਬਣਾ ਕੇ ਕੇਸਰ ਦਾ ਲੇਪਨ ਕਰਿਆ ਕਰਦੀ ਸੀ। ਇਹਦੀ ਸੇਵਾ ਦੇਖ ਕੇ ਉਧਾਰ ਕਰ ਦਿੱਤਾ ਹੋਣਾ ਹੈ। ਕਹਿਣ ਲੱਗੇ, ਨਹੀਂ ਭਾਈ, ਉਸ ਪਰਮੇਸ਼ਰ ਨੇ ਕੱਲੇ ਪੁੰਨੀ ਹੀ ਨਹੀਂ ਦੇਖੇ, ਬਲਕਿ ਵਿਆਧ ਵਰਗੇ ਸ਼ਿਕਾਰੀ ਅਤੇ ਅਜਾਮਲ ਵਰਗੇ ਵਿਕਾਰੀ ਪਾਪੀਆਂ ਦਾ ਵੀ ਉਧਾਰ ਕੀਤਾ ਹੈ। ਵਿਆਧ ਅਜਾਮਲ ਤਾਰੀ ਅਲੇ, ਕਿ ਵਿਆਧ ਦੀ ਸਾਖੀ ਹੈ
ਤੇ ਉਸ ਤੋਂ ਬਾਅਦ ਅਜਾਮਲ ਦੀ ਸਾਖੀ ਹੈ ਕਿ ਤ੍ਰੇਤੇ ਯੁੱਗ ਦੇ ਵਿੱਚ ਇੱਕ ਵਿਆਧ ਸ਼ਿਕਾਰੀ ਹੋਇਆ ਹੈ ਜਿਸ ਦਾ ਨਾਮ ਲੋਧੀਆ ਸੀ। ਇਹ ਜੰਗਲ ਵਿੱਚ ਅਨੇਕਾਂ ਪੰਛੀਆਂ ਜਾਨਵਰਾਂ ਦਾ ਸ਼ਿਕਾਰ ਕਰਕੇ ਕੁਝ ਖਾ ਲੈਂਦਾ ਤੇ ਕੁਝ ਵੇਚ ਆਉਂਦਾ ਸੀ। ਇੱਕ ਦਿਨ ਇਸ ਨੂੰ ਕੋਈ ਸ਼ਿਕਾਰ ਨਾ ਮਿਲਿਆ। ਜੰਗਲ ਵਿੱਚ ਫਿਰਦੇ ਹੋਏ ਨੇ ਇੱਕ ਰਿਸ਼ੀ ਚੰਦਰਕ ਮੁਨੀ ਨੂੰ ਸਮਾਧੀ ਲਾਈ ਬੈਠੇ ਨੂੰ ਵੇਖਿਆ ਤੇ ਉਸ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਸੁਖਣਾ ਸੁਖ ਲਈ ਕਿ ਹੇ ਰਿਸ਼ੀ ਜੀ, ਜੇਕਰ ਮੈਨੂੰ ਅੱਜ ਸ਼ਿਕਾਰ ਮਿਲ ਜਾਣ ਤਾਂ ਚੌਥਾ ਹਿੱਸਾ ਤੁਹਾਡੀ ਭੇਟਾ ਕਰਾਂਗਾ। ਇਉਂ ਬੇਨਤੀ ਕਰਕੇ ਅੱਗੇ ਸ਼ਿਕਾਰ ਕਰ ਲਈ ਚਲਿਆ ਗਿਆ ਤੇ ਬਹੁਤ ਸਾਰੇ ਪੰਛੀ ਆਦਿਕ ਮਾਰ ਕੇ ਲੈ ਆਇਆ ਤੇ ਲਿਆ ਕਰਕੇ ਰਿਸ਼ੀ ਦੇ ਸਾਹਮਣੇ ਰੱਖ ਦਿੱਤੇ। ਜਦੋਂ ਰਿਸ਼ੀ ਨੇ ਸਮਾਧੀ ਤੋਂ ਅੱਖਾਂ ਖੋਲ੍ਹੀਆਂ, ਇਸ ਨੇ ਬੇਨਤੀ ਕੀਤੀ। ਲੋਧੀਆ ਜੋ ਸ਼ਿਕਾਰੀ ਸੀ, ਵਿਆਧ ਸ਼ਿਕਾਰੀ ਸੀ ਜਿਹੜਾ, ਇਸ ਨੇ ਆ ਕੇ ਚੰਦਰ ਮੁਨੀ ਦੇ ਸਾਹਮਣੇ ਜਦੋਂ ਰੱਖ ਦਿੱਤੇ ਤੇ ਬੇਨਤੀ ਕੀਤੀ, ਕਹਿਣ ਲੱਗਿਆ, ਮਹਾਰਾਜ ਆਪ ਜੀ ਦੇ ਕੋਲ ਸੁੱਖੀ ਹੋਈ ਸੁਖਨਾ ਪੂਰੀ ਹੋਈ ਹੈ ਤੇ ਆਪ ਜੀ ਆਪਣਾ ਚੌਥਾ ਹਿੱਸਾ ਵੰਡ ਲਓ। ਮੈਂ ਚੌਥਾ ਹਿੱਸਾ ਤੁਹਾਡੇ ਅੱਗੇ ਅਰਦਾਸ ਕਰਕੇ ਚੱਲਿਆ ਸੀ। ਚੰਦਰਕ ਮੁਨੀ ਨੇ ਕਿਹਾ ਕਿ ਤੂੰ ਬੜਾ ਹੀ ਘਾਤਕ ਆਦਮੀ ਹੈ, ਪਾਪੀ ਆਦਮੀ ਹੈ, ਤੂੰ ਬਹੁਤ ਪਾਪ ਕੀਤਾ ਹੈ ਤੇ ਇਹ ਬੇਜਵਾਨ ਪੰਛੀਆਂ ਆਦਿਕ ਨੂੰ ਮਾਰ ਕੇ ਸਾਡੀ ਭੇਟਾ ਰੱਖਦਾ ਹੈ। ਅਸੀਂ ਤੈਨੂੰ ਸ਼ਰਾਪ ਦੇ ਦਿਆਂਗੇ। ਸ਼ਿਕਾਰੀ ਡਰ ਗਿਆ ਤੇ ਕਹਿੰਦਾ, ਮੁਨੀ ਜੀ ਮੈਨੂੰ ਮਾਫ ਕਰ ਦਿਓ, ਸ਼ਰਾਪ ਨਾ ਦੇਵੋ। ਤਾਂ ਚੰਦਰਕ ਮੁਨੀ ਨੇ ਕਿਹਾ ਕਿ ਜਾ ਫਿਰ ਸਾਨੂੰ ਚਾਤਰਭੁਜੀ ਜਾਨਵਰ ਫੜ ਕੇ ਲਿਆ ਦੇ। ਚਾਤਰਭੁਜੀ ਜਾਨਵਰ ਫੜ ਕੇ ਲਿਆ ਦੇ, ਤੂੰ ਜਾਨਵਰਾਂ ਨੂੰ ਮਾਰਦਾ ਹੈ। ਇਹ ਮੁਨੀ ਜੀ ਦੇ ਬਚਨਾਂ ਉੱਪਰ ਨਿਸ਼ਚਾ ਕਰਕੇ ਕਹਿਣ ਲੱਗਿਆ ਕਿ ਹੁਣੇ ਹੀ ਲਿਆ ਦਿੰਦਾ ਹਾਂ, ਪਰ ਮੈਨੂੰ ਮਾਫ ਕਰ ਦਿਓ, ਮੈਨੂੰ ਸ਼ਰਾਪ ਨਾ ਦਿਓ। ਇਸ ਤਰ੍ਹਾਂ ਕਹਿ ਕਰਕੇ ਜੰਗਲ ਵਿੱਚ ਚਾਤਰਭੁਜੀ ਜਾਨਵਰ ਨੂੰ ਭਾਲਣ ਲੱਗ ਪਿਆ, ਪਰੰਤੂ ਉਹ ਜਾਨਵਰ ਕਿਤੋਂ ਵੀ ਨਾ ਮਿਲਿਆ। ਅਖੀਰ ਤੱਕ ਹਾਰ ਕੇ ਘਰ ਆ ਗਿਆ ਤੇ ਚਿੰਤਾ ਬਣਾ ਕੇ ਸਾੜਨ ਲੱਗ ਪਿਆ। ਚਿੰਤਾ ਦੇ ਵਿੱਚ ਪੈ ਗਿਆ ਤੇ ਘਰ ਵਾਲੀ ਨੇ ਕਿਹਾ ਕਿ ਤੁਹਾਨੂੰ ਤਾਂ ਕਿਸੇ ਰਿਸ਼ੀ ਨੇ ਐਵੇਂ ਹੀ ਬਹਿਕਾ ਦਿੱਤਾ ਹੈ। ਚਾਤਰਭੁਜੀ ਜਾਨਵਰ ਤਾਂ ਕਦੇ ਕਿਸੇ ਨੇ ਵੇਖਿਆ ਹੀ ਨਹੀਂ, ਐਵੇਂ ਹੀ ਕਹਿ ਦਿੱਤਾ ਹੈ। ਤਾਂ ਅੱਗੋਂ ਵਧਕ ਕਹਿਣ ਲੱਗਿਆ ਕਿ ਰਿਸ਼ੀ ਮੁਨੀ ਕਦੇ ਝੂਠ ਨਹੀਂ ਬੋਲਦੇ, ਮੈਨੂੰ ਉਹਨਾਂ ਦੇ ਬਚਨਾਂ ਉੱਪਰ ਪੂਰਾ ਨਿਸ਼ਚਾ ਹੈ। ਇਹ ਕਹਿ ਕੇ ਜਦੋਂ ਸਾੜਨ ਲੱਗਿਆ ਤਾਂ ਭਗਵਾਨ ਨੇ, ਜਦੋਂ ਇਹ ਮੱਚਣ ਲੱਗਿਆ, ਭਗਵਾਨ ਨੇ ਇਸ ਦਾ ਦ੍ਰਿੜ ਨਿਸ਼ਚਾ ਵੇਖ ਕੇ ਚਾਤਰਭੁਜੀ ਜਾਨਵਰ ਦਾ ਰੂਪ ਧਾਰਨ ਕਰ ਲਿਆ ਤੇ ਇਸ ਦੇ ਸਾਹਮਣੇ ਆ ਗਏ। ਇਹ ਉਸ ਵੇਲੇ ਉਸ ਚਾਤਰਭੁਜੀ ਪੰਛੀ ਨੂੰ ਫੜਨ ਲਈ ਉਸ ਦੇ ਮਗਰ ਦੌੜਿਆ ਤਾਂ ਚਾਤਰਭੁਜੀ ਬਣੇ ਭਗਵਾਨ ਜੀ ਕਦੇ ਕਿਸੇ ਪਾਸੇ ਦੌੜ ਜਾਣ, ਕਦੇ ਕਿਸੇ ਪਾਸੇ ਚਲੇ ਜਾਣ। ਇਹ ਸ਼ਿਕਾਰੀ ਉਸ ਦੇ ਮਗਰ ਕੰਡਿਆਲੀਆਂ ਝਾੜੀਆਂ ਵਿੱਚ ਦੀ ਲੰਘਦਾ ਹੋਇਆ ਫੜਦਾ ਹੋਇਆ, ਪਰੰਤੂ ਭਗਵਾਨ ਜੀ ਪਕੜੇ ਨਹੀਂ ਜਾਂਦੇ ਅਤੇ ਇਸ ਦਾ ਸਰੀਰ ਵੀ ਕੰਡੇ ਵੱਜਣ ਕਰਕੇ ਲਹੂ ਲਹਾਨ ਹੋ ਗਿਆ। ਅਖੀਰ ਥੱਕ ਕੇ ਛੁਰਾ ਕੱਢ ਕੇ ਆਪਣੇ ਆਪ ਨੂੰ ਮਾਰ ਲੱਗਿਆ ਤਾਂ ਚਾਤਰਭੁਜੀ ਪੰਛੀ ਬਣੇ ਭਗਵਾਨ ਆਪ ਹੀ ਇੱਕ ਝਾੜੀ ਵਿੱਚ ਅੜ ਕੇ ਖਲੋ ਗਏ, ਝਾੜੀ ਵਿੱਚ ਫਸ ਕੇ ਖਲੋ ਗਏ ਕਿ ਆਪਣੇ ਆਪ ਨੂੰ ਆਤਮਘਾਤ ਕਰੂਗਾ। ਇਸ ਨੇ ਝੱਟ ਹੀ ਜਾ ਕੇ ਫੜ ਲਿਆ ਤੇ ਮੋਢੇ ਉੱਪਰ ਚੁੱਕ ਕੇ ਰਿਸ਼ੀ ਜੀ ਦੇ ਕੋਲ ਲਿਆ ਆਂਦਾ ਤੇ ਕਿਹਾ ਕਿ ਮੁਨੀ ਜੀ, ਜੋ ਆਪ ਜੀ ਨੇ ਕਿਹਾ ਸੀ ਵੇਖੋ ਤਾਂ ਭਲਾ ਇਹੋ ਹੀ ਚਾਤਰਭੁਜੀ ਜਾਨਵਰ ਹੈ।
ਰਿਸ਼ੀ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਕਿ ਤੂੰ ਅੱਜ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਹਨ। ਇਹ ਚਤੁਰਭੁਜੀ ਨਹੀਂ, ਪਰਮੇਸ਼ਰ ਹੈ, ਖੁਦਾ ਹੈ, ਇਸ ਦੇ ਦਰਸ਼ਨ ਕਰਵਾ ਦਿੱਤੇ ਹਨ। ਫਿਰ ਚਤੁਰਭੁਜੀ ਬਣੇ ਭਗਵਾਨ ਜੀ ਦੀ ਜਾਲੀ ਖੋਲੀ ਤੇ ਭਗਵਾਨ ਜੀ ਨੇ ਆਪਣੇ ਸਰੂਪ ਵਿੱਚ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਰਿਸ਼ੀ ਨੇ ਕਿਹਾ ਕਿ ਭਗਵਾਨ ਜੀ ਤੁਸੀਂ ਇਸ ਸ਼ਿਕਾਰੀ ਦੇ ਹੱਥ ਕਿਵੇਂ ਆ ਗਏ? ਰਿਸ਼ੀ ਨੇ ਕਿਹਾ ਕਿ ਇਹ ਭਗਵਾਨ ਜੀ ਤੁਸੀਂ ਇਸ ਸ਼ਿਕਾਰੀ ਦੇ ਹੱਥ ਕਿਵੇਂ ਆ ਗਏ? ਤਾਂ ਭਗਵਾਨ ਜੀ ਨੇ, ਪਰਮੇਸ਼ਰ ਨੇ ਕਿਹਾ ਕਿ ਹੇ ਰਿਸ਼ੀ ਵਰ, ਅਸੀਂ ਤੇਰੇ ਦਿੱਤੇ ਹੋਏ ਬਾਚਨ ਨੂੰ ਪੂਰਾ ਕਰਨ ਲਈ ਹੀ ਇਸ ਦੇ ਹੱਥ ਆਏ ਹਾਂ। ਉਸ ਵੇਲੇ ਬਦਕ ਨੂੰ ਸਮਝ ਪਈ ਕਿ ਤੁਸੀਂ ਹੀ ਆਪ ਭਗਵਾਨ ਹੋ, ਮੈਨੂੰ ਮਾਫ ਕਰ ਦਿਓ ਅਤੇ ਮੇਰਾ ਉਧਾਰ ਕਰੋ। ਤਾਂ ਭਗਵਾਨ ਨੇ ਕਿਹਾ ਕਿ ਹੁਣ ਤੂੰ ਤਪ ਕਰ, ਅੱਗੇ ਕਲਯੁਗ ਦੇ ਸਮੇਂ ਵਿੱਚ ਖੁਦ ਨਿਰੰਕਾਰ ਆਪ ਸਰੂਪ ਧਾਰਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਵੋਗੇ। ਉਹਨਾਂ ਦੀ 10ਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇਰਾ ਉਧਾਰ ਕਰਨਗੇ। ਸੋ ਇਹੀ ਬਦਕ ਕਲਯੁਗ ਵਿੱਚ ਜਗਨਨਾਥਪੁਰੀ ਵਿੱਚ ਹਿੰਮਤ ਰਾਏ ਦੇ ਸਰੂਪ ਵਿੱਚ ਪ੍ਰਗਟ ਹੋਇਆ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਸੀਸ ਭੇਟ ਕਰਕੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਜੀ ਦੇ ਸਰੂਪ ਵਿੱਚ ਸਜਿਆ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅਜਾਮਲ ਦੀ ਸਾਖੀ ਕੱਲ ਨੂੰ ਹੋਏਗੀ। ਆਓ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਸ਼ਰਵਣ ਕਰੀਏ ਕਿ ਮਿਸਤਰੀ ਸਿੰਘਾਂ ਵੱਲੋਂ ਅੱਜ ਸਹਿਜ ਪਾਠ ਦੇ ਭੋਗ ਪਾਉਣੇ ਹਨ। ਆਓ 9ਵੇਂ ਪਾਤਸ਼ਾਹ ਦੇ ਸ਼ਲੋਕ ਸ਼ਰਵਣ ਕਰੀਏ। ਵਿਚਾਰਾਂ ਕਰਦਿਆਂ ਤੋਂ